ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਬੱਚੇ। ਅੱਜ ਅਸੀਂ ਜਿਹੜਾ ਸੈਕਿੰਡ ਲੈਸਨ ਕਰਨ ਦੇ ਹਾਂ ਐਟੋਮਿਕ ਸਟਰਕਚਰ, ਉਹਦੇ ਵਿੱਚ ਨੈਕਸਟ ਟੌਪਿਕ ਜਿਹੜਾ ਸਾਡੇ ਕੋਲ ਆਏਗਾ ਦੈਟ ਇਜ਼ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ। ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਦੇ ਬਾਰੇ ਹੁਣ ਇਲੈਕਟ੍ਰਿਕ ਤੇ ਮੈਗਨੈਟਿਕ ਦੋਨੋਂ ਫੀਲਡ ਦੀ ਗੱਲ ਹੋਏਗੀ, ਪਲੱਸ ਵੇਵਸ ਦੀ ਰੇਡੀਏਸ਼ਨਸ ਦੀ ਗੱਲ ਹੋਏਗੀ। In 1870 ਜੇਮਸ ਕਲਰਕ ਮੈਕਸਵੈਲ ਨੇ 1870 'ਚ ਇੱਕ ਥਿਊਰੀ ਦਿੱਤੀ, ਪ੍ਰਪੋਜ਼ਡ ਦੈਟ ਲਾਈਟ ਐਂਡ ਅਦਰ ਫਾਰਮ ਆਫ ਰੇਡੀਐਂਟ ਐਨਰਜੀ ਪ੍ਰੋਪੇਗੇਟ, ਕਿ ਲਾਈਟ ਜਿਹੜੀ ਐਨਰਜੀ ਹੈ ਫਾਰਮ ਆਫ ਰੇਡੀਐਂਟ, ਜਿਹੜੀਆਂ ਰੇਡੀਏਸ਼ਨਸ ਨਿਕਲ ਰਹੀਆਂ ਨੇ ਉਹ ਪ੍ਰੋਪੇਗੇਟ ਅੱਗੇ ਨੂੰ ਵੱਧਦੀਆਂ ਨੇ ਥਰੂ ਸਪੇਸ ਇਨ ਦਾ ਫਾਰਮ ਆਫ ਵੇਵਸ। ਜਿਹੜੀਆਂ ਅੱਗੇ ਨੂੰ ਵੇਵ ਵੱਧ ਰਹੀਆਂ ਨੇ ਉਹ ਕਿਵੇਂ ਵੱਧ ਰਹੀਆਂ ਨੇ? ਇਨ ਦਾ ਫਾਰਮ ਆਫ ਵੇਵ। These waves have electric and magnetic field associated with them and called electromagnetic radiations or waves। ਤੇ ਇਹੀ ਜਿਹੜੀਆਂ waves ਅੱਗੇ ਨੂੰ ਵੱਧ ਰਹੀਆਂ ਨੇ ਇਹਨਾਂ ਨੂੰ ਅਸੀਂ ਨਾਮ ਦੇ ਦਿੱਤਾ electromagnetic radiations। ਐਕਚੁਅਲੀ waves ਇਸ ਤਰ੍ਹਾਂ ਦੀਆਂ ਹੁੰਦੀਆਂ ਬੱਚੇ, ਆ ਵੇਵਸ ਨੇ, ਜਿੰਨੀਆਂ ਵੀ ਵੇਵਸ ਅੱਗੇ ਨੂੰ ਵੱਧ ਰਹੀਆਂ ਨੇ ਇਨ ਦਾ ਫਾਰਮ ਆਫ ਵੇਵਸ ਦੇ ਆਰ ਕਾਲਡ ਐਸ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ। ਹੁਣ the wave originate from the center of disturbance and propagate in the form of up and down movement। ਜਦੋਂ ਕਿਸੇ ਜੇ ਤੁਸੀਂ ਕੋਈ ਪੌਂਡ ਵੇਖਿਆ ਹੋਏ ਬਿਲਕੁਲ ਸ਼ਾਂਤ ਹੋਏ ਛੱਪੜ, ਉਹਦੇ ਵਿੱਚ ਅਸੀਂ ਕੋਈ ਸੈਂਟਰ ਦੇ ਵਿੱਚ ਇੱਕ ਵੱਟਾ ਸੁੱਟ ਦਈਏ ਤਾਂ ਕੀ ਹੋਏਗਾ? ਉੱਥੋਂ ਵੇਵਸ ਓਰੀਜੀਨੇਟ ਹੋਣਗੀਆਂ ਤੇ ਉਹ ਛੋਟੀਆਂ ਛੋਟੀਆਂ ਵੇਵਸ ਜਿਹੜੀਆਂ ਕੰਢੇ ਵੱਲ ਨੂੰ ਆਉਣੀਆਂ ਸ਼ੁਰੂ ਹੋ ਜਾਂਦੀਆਂ। ਪਹਿਲੇ ਉਹ ਲੇਅਰ ਉੱਪਰ ਨੂੰ ਜਾਏਗੀ, ਫਿਰ ਥੱਲੇ ਨੂੰ ਆਏਗੀ, ਇਸ ਤਰ੍ਹਾਂ ਉਹਨਾਂ ਦੀਆਂ ਵੇਵਸ ਬਣਨੀਆਂ ਸ਼ੁਰੂ ਦਿਖਾਈ ਦੇਣੀਆਂ ਤੁਹਾਨੂੰ ਸ਼ੁਰੂ ਹੋ ਜਾਣਗੀਆਂ। ਉਹੀ ਉਹਨੇ ਕਿਹਾ ਦ ਵੇਵ ਓਰੀਜੀਨੇਟ ਫਰਮ ਦਾ ਸੈਂਟਰ ਆਫ ਡਿਸਟਰਬੈਂਸ। ਜਿੱਥੇ ਉਹ ਵੱਟਾ ਸੁੱਟਿਆ ਬੱਚੇ ਉੱਥੋਂ ਉਹ ਵੇਵ ਡਿਸਟਰਬ ਹੋਈਆਂ, ਉੱਥੋਂ ਪੈਦਾ ਹੋਈਆਂ ਨੇ in the form of up and down movement। The point of maximum upward displacement is called crust। ਜਿਹੜੀ ਵੇਵ ਉੱਪਰ ਨੂੰ ਜਾ ਰਹੀ ਹੈ ਮੈਕਸਿਮਮ ਕਿੰਨੀ ਜਾ ਰਹੀ ਹੈ? ਦੈਟ ਇਜ਼ ਕਰਸਟ ਆ। ਤੇ ਜਿੰਨੀ ਉਹ ਮੈਕਸਿਮਮ ਥੱਲੇ ਜਾ ਰਹੀ ਹੈ ਦੈਟ ਇਜ਼ ਟਰਫ ਹੈਗੀ ਹੈ। ਇਹ ਹੁਣ ਦੋਨੋਂ ਗੱਲਾਂ ਯਾਦ ਰੱਖਣੀਆਂ ਕਿ ਵੇਵ ਜਿਹੜੀਆਂ ਇਹਨਾਂ ਦੇ ਵਿੱਚ ਦੋ ਪਾਰਟ ਹੋ ਗਏ ਬੱਚੇ, ਇਹ ਪ੍ਰੋਪੇਗੇਟ ਹੋਣਗੀਆਂ। ਜਿਹੜਾ ਅਪਰ ਪਾਰਟ ਹੈ ਦੈਟ ਇਜ਼ ਕਾਲਡ ਐਸ ਕਰਸਟ ਐਂਡ ਜਿਹੜਾ ਲੋਅਰ ਪਾਰਟ ਹੈ ਦੈਟ ਇਜ਼ ਕਾਲਡ ਐਸ ਟਰਫ। ਹੁਣ ਇਹਨੂੰ ਅਸੀਂ ਅੱਗੇ ਹੋਰ ਜ਼ਿਆਦਾ ਡਿਟੇਲ 'ਚ ਦੇਖ ਲੈਂਦੇ ਹਾਂ। ਹੁਣ ਆਹ ਦੇਖਿਓ, ਆਹ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਤੌਰ 'ਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਆਹ ਸਾਡੇ ਕੋਲ ਦੋ ਪੁਆਇੰਟ ਆ। ਮੰਨ ਲਓ ਮੈਂ ਇੱਥੇ ਇੱਕ ਰੱਸੀ ਕੁੱਟ ਕੇ ਰੱਸੀ ਬੰਨੀ ਹੋਈ ਆ, ਇਹਨੂੰ ਮੈਂ ਇਸ ਤਰ੍ਹਾਂ ਕਰਕੇ ਛੱਡ ਦਿਆਂ ਤੇ ਉਹ ਕੀ ਹੋਏਗੀ? ਉਹਦੇ ਵਿੱਚ ਵੇਵਸ ਹੋਣਗੀਆਂ। ਆਹ ਉੱਪਰ ਨੂੰ ਜਾ ਰਹੀ ਹੈ ਮੈਕਸਿਮਮ, ਆਹ ਉਹਦੀ ਡੂੰਘਾਈ 'ਚ ਆ ਰਹੀ ਹੈ, ਆਹ ਫਿਰ ਉੱਪਰ ਜਾਏਗੀ, ਆਹ ਫਿਰ ਥੱਲੇ ਜਾਏਗੀ, ਸੋ ਆਨ ਹੁੰਦਾ ਰਹੇਗਾ। ਆਹ ਜਿਹੜੀ ਇੱਕ ਕਰਸਟ ਆ ਤੇ ਆਹ ਦੂਸਰੀ ਕਰਸਟ ਆ, ਦੋ ਕੰਜੈਕਟਿਵ ਕਰਸਟ ਦੇ ਵਿਚਕਾਰਲੀ ਦੂਰੀ ਨੂੰ ਅਸੀਂ ਵੇਵਲੈਂਥ ਕਹਿਣਾ। ਦੋ ਕੰਜੈਕਟਿਵ, ਦੋ ਨੇਬਰਿੰਗ ਜਿਹੜੀਆਂ ਕਰਸਟ ਨੇ ਜਾਂ ਦੋ ਨੇਬਰਿੰਗ ਜਿਹੜੀਆਂ ਟਰਫ ਨੇ, ਆਹ ਉੱਪਰ ਨੂੰ ਜਿਹੜੀ ਜਾ ਰਹੀ ਹੈ ਦੈਟ ਇਜ਼ ਕਰਸਟ ਆ ਤੇ ਜਿਹੜੀ ਥੱਲੇ ਨੂੰ ਜਾ ਰਹੀ ਹੈ ਦੈਟ ਇਜ਼ ਟਰਫ ਆ। ਦੋ ਟਰਫ ਦੇ ਵਿਚਕਾਰਲੀ ਦੂਰੀ ਨੂੰ ਵੇਵਲੈਂਥ ਕਹਿ ਸਕਦੇ ਹੋ, ਦੋ ਕਰਸਟ ਦੇ ਵਿਚਕਾਰਲੀ ਦੂਰੀ ਨੂੰ ਵੀ ਆਪਾਂ ਵੇਵਲੈਂਥ ਕਹਿ ਸਕਦੇ ਹਾਂ। ਤੇ ਜਿੰਨੀ ਉਹਦੀ ਮੈਕਸਿਮਮ ਕਰਸਟ ਜਾ ਰਹੀ ਹੈ ਦੈਟ ਇਜ਼ ਐਂਪਲੀਟਿਊਡ। ਇਹ ਦੇ ਨਾਲ ਰਿਪਰੈਜ਼ੈਂਟ ਕਰਾਂਗੇ 1 ਬਾਈ 1, ਅਸੀਂ ਇਹਨਾਂ ਦੀਆਂ ਡੈਫੀਨੇਸ਼ਨ ਕਰਦੇ ਹਾਂ, ਨਾਲ ਹੀ ਇਹਨਾਂ ਨੂੰ ਕਲੀਅਰ ਕਰਦੇ ਜਾਂਦੇ ਹਾਂ। ਫਸਟ ਵਨ ਆ ਵੇਵਲੈਂਥ। ਵੇਵਲੈਂਥ ਐਕਚੁਅਲੀ ਜਿੰਨੇ ਵੀ ਲੈਟਰ ਤੁਹਾਨੂੰ ਮਿਲਣਗੇ ਨਾ ਕੈਮਿਸਟਰੀ ਦੇ ਵਿੱਚ, ਇਹ ਦੇ ਆਰ ਦਾ ਗ੍ਰੀਕ ਲੈਟਰਸ। ਇਹ ਗ੍ਰੀਕ ਦੇ ਲੈਟਰ ਨੇ ਬੱਚੇ। ਲੈਮਡਾ, ਆ ਜਿਹੜਾ ਸ਼ੇਪ ਬਣੀ ਹੋਈ ਹੈ ਦੈਟ ਇਜ਼ ਲੈਮਡਾ, ਇਹਨੂੰ ਅਸੀਂ ਲੈਮਡਾ ਕਹਿਣਾ ਤੇ ਵੇਵਲੈਂਥ ਨੂੰ ਅਸੀਂ ਲੈਮਡਾ ਦੇ ਨਾਲ ਰਿਪਰੈਜ਼ੈਂਟ ਕਰਾਂਗੇ। ਦ ਡਿਸਟੈਂਸ ਬਿਟਵੀਨ ਟੂ ਐਡਜੇਸੈਂਟ ਕਰਸਟ ਔਰ ਟਰਫ ਇਜ਼ ਕਾਲਡ ਐਸ ਵੇਵਲੈਂਥ। ਕਿ ਦੋ ਐਡਜੇਸੈਂਟ ਕਰਸਟ ਹੋ ਗਏ ਜਾਂ ਦੋ ਐਡਜੇਸੈਂਟ ਟਰਫ ਹੋ ਗਏ, ਉਹਨਾਂ ਵਿਚਕਾਰ ਜਿਹੜੀ ਦੂਰੀ ਹੈ ਦੈਟ ਇਜ਼ ਕਾਲਡ ਐਸ ਲੈਮਡਾ। ਇਟ ਇਜ਼ ਰਿਪਰੈਜ਼ੈਂਟ ਬਾਈ ਲੈਮਡਾ ਐਂਡ ਐਕਸਪ੍ਰੈਸਡ ਇਨ ਐਂਗਸਟਰੋਨ ਯੂਨਿਟ। ਹੁਣ ਇਹਨਾਂ ਦੇ ਯੂਨਿਟ ਬੱਚੇ ਯਾਦ ਕਰਨੇ ਪੈਣੇ ਆ, ਬਿਕੋਜ਼ ਨਿਊਮੈਰੀਕਲ 'ਚ ਉਹਨਾਂ ਨੇ ਯੂਨਿਟ ਪੁੱਛਣੇ ਆ ਤੇ ਯੂਨਿਟ ਦੇ ਅਕੋਰਡਿੰਗਲੀ ਸਾਨੂੰ ਨੰਬਰ ਮਿਲਣੇ ਜੇ। ਐਂਡ ਡਿਨੋਟਡ ਬਾਈ ਏ ਨਾਟ, ਏ ਕੈਪੀਟਲ ਏ ਕੇ ਉਹਦੇ ਉੱਪਰ ਨੋਟ ਕਰ ਦਾਂਗੇ, ਦੈਟ ਇਜ਼ ਐਂਗਸਟਰੋਨ ਨੂੰ ਰਿਪਰੈਜ਼ੈਂਟ ਕਰਨ ਦਾ ਮੈਥਡ ਹੈ। ਤੇ 1 ਐਂਗਸਟਰੋਨ ਨੂੰ ਯਾਦ ਰੱਖਿਓ ਇਕੁਅਲ ਟੂ 10⁻⁻8 ਸੈਂਟੀਮੀਟਰ ਹੈ।
ਤੇ ਜੇ ਕਹੇਗਾ ਮੀਟਰ ਹੈ ਤਾਂ ਉਹਨੂੰ ਆਪਾਂ 10⁻⁻10 ਮੀਟਰ ਕਰ ਦੇਣਾ ਵਾ 1 ਮਾਈਕਰੋਨ ਆ ਮਾਈਕਰੋਨ ਆ ਬੱਚੇ ਇਹਨਾਂ ਦਾ ਮਾਈਕਰੋਨ ਦੀ ਵੈਲਿਊ 10⁻⁻6 ਮੀਟਰ ਹੋਏਗੀ 1 ਮਿਲੀ ਮਾਈਕਰੋਨ ਹੋਏਗਾ ਤੇ 10⁻⁻9 ਕਰ ਦੇਣਾ ਜੀ ਅਸੀਂ ठीक है 1 नैनोमीटर आ गया 1 नैनोमीटर 10⁻⁻9 पीकोमीटर आ गया 1 पीकोमीटर 10⁻⁻12 मीटर ये ईवन तुसीं फिजिक्स विच भी ये फार्मूले करने ने इन्हां नूं न्यूमेरिकल विच सानूं काफ़ी इन्हां दी लोड़ पैनी इस करके इन्हां नूं तुसीं रिपीट करना याद रखना वेवलेंथ बाद बच्चे गल आ गई सैकेंड फ्रीकुएंसी ये भी रिप्रैजेंट किया असीं ग्रीक लैटर दे नाल दैट इज़ न्यू tilted जी v हैगी है जिन्हों असी न्यू कहांगे nu the number of waves which pass through a given point in 1 second is known as the frequency किन्नियां नंबर ऑफ वेव्स एक पॉइंट दे विचों एक सैकेंड दे विच पास हो रही ने दैट इज कॉल्ड एज फ्रीकुएंसी इट इज रिप्रेजेंट ਜਾਂ denoted by the Greek letter nu लिख दिता the unit of frequency are called आर साइकल्स पर सैकेंड हुण जिहड़ा यूनिट है ना इहदा साइकल पर सैकेंड जे असी पर सैकेंड नूं एस लेके इनवर्स कर सकते हैं दैट इज़ पर सैकेंड द एस आई यूनिट ऑफ फ्रीकुएंसी इज़ हार्ट्स असी फ्रीकुएंसी नूं मेजरमेंट काहदे विच करदे हां हार्ट्स इहदे यूनिट आ ते 1 हार्ट्स जिहड़ा वो किहदे इक्वल आ 1 साइकल पर सैकेंड दे विच दैट इज़ इहदा यूनिट होएगा ਅਸੀਂ ਹੁਣ ਗਰਮੀਆਂ ਆ ਗਈਆਂ ਨਵੇਂ ਪੱਖੇ ਵੀ ਲਿਆਉਂਦੇ ਆ ਬੱਚੇ ਮਾਰਕੀਟ ਤੋਂ ਜਦੋਂ ਤੁਸੀਂ ਪੱਖਾ ਲੈਣ ਜਾਂਦੇ ਹੋ ਨਾ ਤੇ ਉਹ ਤੁਹਾਨੂੰ ਦੱਸਦੇ ਆ ਕਿ ਇਹਦੀ ਫ੍ਰੀਕੁਐਂਸੀ ਇੰਨੀ ਹੈ ਇਹ ਪੱਖੇ ਦੀ ਇੰਨੀ ਪਾਵਰ ਹੈਗੀ ਹੈ ਇੰਨੀ ਫ੍ਰੀਕੁਐਂਸੀ ਹੈ ਮੀਨ ਇੰਨੇ ਸਾਈਕਲਸ ਪਰ ਸੈਕਿੰਡ ਦੇ ਵਿੱਚ ਉਹ ਕਰੇਗਾ ਜਿੰਨੇ ਜ਼ਿਆਦਾ ਉਹਦੇ ਸਾਈਕਲ ਹੋਣਗੇ ਉਨੀ ਉਸ ਫੈਨ ਦੀ ਹਵਾ ਜ਼ਿਆਦਾ ਹੋਏਗੀ ਕਲੀਅਰ ਹੈ ਨੈਕਸਟ ਹੈ ਸਾਡੇ ਕੋਲ ਦੈਟ ਇਜ਼ ਵੈਲੋਸਿਟੀ ਵੈਲੋਸਿਟੀ ਫਿਜ਼ਿਕਸ ਵਿੱਚ ਤੁਸੀਂ ਪੜ੍ਹ ਚੁੱਕੇ ਹੋ velocity c the distance traveled by wave in 1 second is called as the velocity of the wave ਜਿਹੜੀ distance 1 second ਦੇ ਵਿੱਚ wave travel ਕਰਦੀ ਹੈ that is called as velocity it is denoted by the letter c and expressed in meter per second ਤੇ ਇਹਦੇ ਯੂਨਿਟ ਤੁਸੀਂ ਪਹਿਲੇ ਵੀ ਪੜ੍ਹੇ ਹੋਏ ਆ ਬੱਚੇ ਵੈਸੇ ਇਹ ਮੀਟਰ ਪਰ ਸੈਕਿੰਡ ਦੇ ਵਿੱਚ ਰਿਪਰੈਜ਼ੈਂਟ ਕੀਤੀ ਜਾਏਗੀ ਨੈਕਸਟ ਹੈ ਐਂਪਲੀਟਿਊਡ ਐਂਪਲੀਟਿਊਡ ਇਜ਼ ਰਿਪਰੈਜ਼ੈਂਟ ਬਾਈ a it is the height of crust or depth of trough of wave ਇਹ ਮੈਕਸਿਮਮ ਹਾਈਟ ਕਿੰਨੀ ਗਈ ਸੀ ਕਰਸਟ ਦੀ ਜਾਂ ਮੈਕਸਿਮਮ ਡੈਪਥ ਕਿੰਨੀ ਗਈ ਸੀ ਟਰਫ ਦੀ ਉਹਨੂੰ ਅਸੀਂ ਐਂਪਲੀਟਿਊਡ ਕਹਿਣਾ ਇਟ ਇਜ਼ ਡਿਨੋਟਡ ਬਾਈ a ਇਹ a ਲੈਟਰ ਦੇ ਨਾਲ ਰਿਪਰੈਜ਼ੈਂਟ ਕੀਤੀ ਜਾਏਗੀ The amplitude of the wave determine the intensity or brightness of radiation. Amplitude की दसेगा सानू किसी wave दी intensity किन्नी है. It means brightness कि ओदियां radiations किन्नियां ज़्यादा तेज ने ਉਹਦੇ ਬਾਰੇ ਸਾਨੂੰ ਦੱਸੇਗਾ that is a amplitude. ਇਹ ਡੈਫੀਨੇਸ਼ਨਾਂ ਚੰਗੀ ਤਰ੍ਹਾਂ ਕਰਨੀ ਹੈ ਬਾਅਦ 'ਚ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਕਰਕੇ ਇਹਨਾਂ ਦੇ numerical ਵੀ ਰਿਲੇਟਡ ਕਰਾਂਗੇ ਇਸ ਕਰਕੇ ਪਹਿਲੇ ਲਿਖੋ ਫਿਰ ਇਹਨਾਂ ਨੂੰ ਯਾਦ ਕਰਿਓ ਠੀਕ ਹੈ ਜੀ ਥੈਂਕ ਯੂ